ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ, ਲੈ ਕੇ ਹਾਜ਼ਰ ਹਾਂ ਪੰਜਾਬੀ ਅਤੇ ਪੰਜਾਬੀਅਤ ਦੇ ਨਾਲ ਜੁੜੀਆਂ ਖਾਸ ਖਬਰਾਂ। ਸਭ ਤੋਂ ਪਹਿਲਾਂ ਸਿੱਧਾ ਰੁਖ ਕਰਾਂਗੇ ਵਿਧਾਨ ਸਭਾ ਇਜਲਾਸ ਦੇ ਵੱਲ। ਵਿਧਾਨ ਸਭਾ ਦਾ ਚੌਥੇ ਦਿਨ ਦਾ ਇਜਲਾਸ ਵੀ ਆਖਰਕਾਰ ਹੰਗਾਮਿਆਂ ਦੀ ਭੇਟ ਚੜਿਆ। ਲਗਾਤਾਰ 4 ਦਿਨ ਦੇ ਇਸ ਇਜਲਾਸ ਦੇ ਦਰਮਿਆਨ ਕਈ ਮੁੱਦੇ ਉੱਠੇ ਨੇ, ਜਿਨ੍ਹਾਂ ਮੁੱਦਿਆਂ ਦੇ ਵਿੱਚੋਂ ਵੱਡੇ ਮੁੱਦੇ ਜੋ ਰਹੇ ਨੇ ਕੱਲ੍ਹ ਦੇ ਵਿਧਾਨ ਸਭਾ ਇਜਲਾਸ ਦੇ ਦਰਮਿਆਨ ਉਹ ਸੀ ਪੈਟਰੋਲ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੇ ਉੱਤੇ ਪ੍ਰਦਰਸ਼ਨ ਅਕਾਲੀ ਦਲ ਦੇ ਵੱਲੋਂ ਹੋਇਆ ਹੈ। ਉਧਰ ਲੋਕ ਇਨਸਾਫ ਪਾਰਟੀ ਦੇ ਵੱਲੋਂ ਮੰਗ ਕੀਤੀ ਗਈ ਹੈ ਸਿਮਰਜੀਤ ਬੈਂਸ ਦੇ ਵੱਲੋਂ ਕਿ ਪੰਜਾਬ ਦੇ ਨੌਜਵਾਨਾਂ ਦੇ ਲਈ ਨੌਕਰੀਆਂ ਦੇ ਵਿੱਚ 75% ਦਾ ਜਿਹੜਾ ਰਾਖਵਾਂਕਰਨ ਹੋਣਾ ਚਾਹੀਦਾ। ਇਹ ਮੁੱਦਾ ਵੀ ਕਾਫੀ ਵੱਡੇ ਕੱਲ੍ਹ ਦੇ ਦਿਨ ਦੇ ਵਿੱਚ ਰਹੇ ਨੇ ਤੇ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਕਈ ਮਸਲਿਆਂ ਨੂੰ ਲੈ ਕੇ ਆਵਾਜ਼ ਚੁੱਕੀ ਅਤੇ ਆਖਰਕਾਰ ਦੋਹਾਂ ਪਾਰਟੀਆਂ ਨੇ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਦੇ ਵਿੱਚੋਂ ਵਾਕਆਊਟ ਵੀ ਕਰ ਦਿੱਤਾ। ਸਦਨ ਦੀ ਕਾਰਵਾਈ ਦੇ ਦੌਰਾਨ ਪਰਸੋਂ ਵੀ ਜੇਕਰ ਗੱਲ ਕਰੀਏ ਤਾਂ ਇਹਨਾਂ ਦੋਹੇ ਪਾਰਟੀਆਂ ਦੇ ਵੱਲੋਂ ਵਾਕਆਊਟ ਕੀਤਾ ਗਿਆ ਸੀ ਤੇ ਕੱਲ ਵੀ ਇਹਨਾਂ ਦੋਹਾਂ ਪਾਰਟੀਆਂ ਨੇ ਵਾਕਆਊਟ ਕਰ ਦਿੱਤਾ। ਸੋ ਲਗਾਤਾਰ ਹੰਗਾਮਿਆਂ ਦੀ ਭੇਟ ਚੜ੍ਹਦੇ ਜਾ ਰਹੇ ਨੇ ਵਿਧਾਨ ਸਭਾ ਦੇ ਦਿਨ। 4 ਦਿਨ ਵਿਧਾਨ ਸਭਾ ਦੇ ਬੀਤ ਚੁੱਕੇ ਨੇ, ਅੱਜ 5ਵਾਂ ਦਿਨ ਹੈ ਤੇ ਅੱਜ ਦੇ ਦਿਨ ਦੇ ਉੱਤੇ ਕਾਰਵਾਈ ਦੇ ਉੱਤੇ ਲਗਾਤਾਰ ਨਿਗਾਹਾਂ ਬਣਾ ਕੇ ਰੱਖਾਂਗੇ ਕਿ ਅੱਜ ਆਖਰਕਾਰ ਕੀ ਨਵਾਂ ਸਰਕਾਰ ਕਰ ਸਕਦੀ, ਕਿਉਂਕਿ ਕੱਲ ਦਾ ਜੋ ਦਿਨ ਸੀ, ਕੱਲ ਦਾ ਦਿਨ ਚੌਥਾ ਦਿਨ ਖਾਸ ਤੌਰ ਦੇ ਉੱਤੇ ਗੈਰ ਸਰਕਾਰੀ ਕੰਮਾਂ ਦਾ ਸੀ। ਇਸ ਕਰਕੇ ਪਾਣੀਆਂ ਦੇ ਮਸਲੇ ਨੂੰ ਲੈ ਕੇ, ਧਰਤੀ ਹੇਠਲੇ ਪਾਣੀ ਦੇ ਮਸਲੇ ਨੂੰ ਲੈ ਕੇ ਵਿਧਾਨ ਸਭਾ ਦੇ ਵਿੱਚ ਸਰਬਸੰਮਤੀ ਦੇ ਨਾਲ ਪ੍ਰਸਤਾਵ ਪਾਸ ਹੋਇਆ ਹੈ। ਇਸ ਪ੍ਰਸਤਾਵ ਨੂੰ ਪੇਸ਼ ਹਰਮਿੰਦਰ ਗਿੱਲ ਹੋਣਾ ਦੇ ਵੱਲੋਂ ਕੀਤਾ ਗਿਆ। ਕਾਂਗਰਸੀ ਵਿਧਾਇਕ ਨੇ ਹਰਮਿੰਦਰ ਗਿੱਲ, ਉਹਨਾਂ ਨੇ ਇਸ ਮਸਲੇ ਨੂੰ ਲੈ ਕੇ ਪ੍ਰਸਤਾਵ ਪੇਸ਼ ਕੀਤਾ, ਜਿਸ ਤੋਂ ਬਾਅਦ ਸਰਬਸੰਮਤੀ ਦੇ ਨਾਲ ਇਹ ਪਾਸ ਹੋ ਗਿਆ ਹੈ ਤੇ ਹੁਣ ਇਸ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਸਰਕਾਰ ਦੇ ਵੱਲੋਂ ਇੱਕ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ, ਜੋ ਕਮੇਟੀ 3 ਮਹੀਨਿਆਂ ਦੇ ਵਿੱਚ ਹੁਣ ਪੂਰੀ ਰਿਪੋਰਟ ਸਰਕਾਰ ਨੂੰ ਸੌਂਪੇਗੀ ਕਿ ਪੰਜਾਬ ਦੇ ਧਰਤੀ ਹੇਠਲੇ ਪਾਣੀ ਨੂੰ ਖਤਮ ਹੋਣ ਤੋਂ ਅਤੇ ਖਾਸ ਤੌਰ ਦੇ ਉੱਤੇ ਗੰਦਾ ਹੋਣ ਤੋਂ ਇਸ ਪਾਣੀ ਨੂੰ ਕਿਵੇਂ ਬਚਾਇਆ ਜਾਵੇ। ਇਸ ਨੂੰ ਲੈ ਕੇ ਅੱਜ ਵਿਧਾਨ ਸਭਾ ਦੇ ਵਿੱਚ ਜਿਹੜਾ ਮਤਾ ਪਾਸ ਹੋ ਗਿਆ ਸਰਬਸੰਮਤੀ ਦੇ ਨਾਲ। ਉਧਰ ਦੂਜੇ ਪਾਸੇ ਵਿਰੋਧੀ ਧਿਰਾਂ ਲਗਾਤਾਰ ਸੱਤਾ ਧਿਰ ਨੂੰ ਘੇਰਨ ਦੀਆਂ ਕੋਸ਼ਿਸ਼ਾਂ ਦੇ ਵਿੱਚ ਨੇ। ਅਕਾਲੀ ਦਲ ਦਾ ਵੀ ਪ੍ਰਦਰਸ਼ਨ ਕੱਲ ਦਾ ਬਲਦ ਰੇੜੇ ਦੇ ਉੱਤੇ ਰਿਹਾ ਹੈ, ਜਿਸ ਦਰਮਿਆਨ ਵਿਧਾਨ ਸਭਾ ਦੇ ਵੱਲ ਜਾਣਾ ਸੀ ਐਮਐਲਏਆਂ ਨੇ, ਵਿਧਾਇਕਾਂ ਨੇ, ਅਕਾਲੀ ਦਲ ਦੀਆਂ ਨਹੀਂ ਤਾਂ ਉਹ ਬਲਦ ਰੇੜੇ ਦੇ ਉੱਤੇ ਸਵਾਰ ਹੋ ਕੇ ਵਿਧਾਨ ਸਭਾ ਦੇ ਵੱਲ ਪਹੁੰਚੇ ਨੇ, ਜਿੱਥੇ ਵਿਧਾਨ ਸਭਾ ਦੇ ਵਿੱਚ ਐਂਟਰੀ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਰੋਕ ਲਿਆ ਗਿਆ ਹੈ। ਜਿਸ ਦਰਮਿਆਨ ਰੋਕਿਆ ਗਿਆ ਤਾਂ ਅਕਾਲੀ ਦਲ ਨੇ ਉਸ ਵਕਤ ਸਵਾਲ ਚੁੱਕੇ ਨੇ ਕਿ ਆਖਿਰਕਾਰ ਇੱਕ ਐਮਐਲਏ ਦੀ ਸਵਾਰੀ ਹੈ ਤੇ ਇਸ ਨੂੰ ਅੰਦਰ ਕਿਉਂ ਨਹੀਂ ਆਉਣ ਦਿੱਤਾ ਜਾ ਰਿਹਾ। ਤਾਂ ਇਸ ਦਰਮਿਆਨ ਉਹਨਾਂ ਨੇ ਐਮਐਲਏ ਦਾ ਜੋ ਪਾਸਿੰਗ ਸਟicker ਹੁੰਦਾ, ਇੱਕ ਐਮਐਲਏ ਦੀ ਗੱਡੀ ਤੇ ਲੱਗਿਆ ਸਟicker ਹੁੰਦਾ, ਉਸ ਨੂੰ ਉਤਾਰ ਕੇ ਉਸ ਬਲਦ ਰੇੜੇ ਦੇ ਉੱਤੇ ਲਾ ਦਿੱਤਾ ਤੇ ਪ੍ਰਦਰਸ਼ਨ ਦੇ ਦਰਮਿਆਨ ਇਹ ਗੱਲਾਂ ਕਹੀਆਂ ਗਈਆਂ ਕਿ ਹੁਣ ਇਸ ਨੂੰ ਜਾਣ ਦਿਓ ਕਿਉਂਕਿ ਇਸ ਦੇ ਉੱਤੇ ਪਰਮਿਸ਼ਨ ਸਟicker ਲੱਗਿਆ ਹੋਇਆ। ਸੋ ਅਜਿਹੇ ਹਾਲਾਤ ਕੱਲ ਵਿਧਾਨ ਸਭਾ ਦੇ ਬਾਹਰ ਰਹੇ ਨੇ। ਰੁਪਿੰਦਰ ਰੂਬੀ ਆਮ ਆਦਮੀ ਪਾਰਟੀ ਦੀ ਵਿਧਾਇਕ ਆ, ਉਸ ਦੇ ਵੱਲੋਂ ਵੀ ਖਾਸ ਤੌਰ ਦੇ ਉੱਤੇ 75% ਦੇ ਰਾਖਵੇਂਕਰਨ ਨੂੰ ਲੈ ਕੇ ਮੁੱਦਾ ਚੁੱਕਿਆ ਗਿਆ ਹੈ। ਇਸ ਪੰਜਾਬੀ ਨੌਜਵਾਨਾਂ ਦੇ ਲਈ, ਪੰਜਾਬ ਦੇ ਲੋਕਾਂ ਦੇ ਲਈ 75% ਦੇ ਰਾਖਵੇਂਕਰਨ ਦੇ ਉੱਤੇ ਲੋਕ ਇਨਸਾਫ ਪਾਰਟੀ ਨੇ ਵੀ ਸਮਰਥਨ ਕੀਤਾ ਹੈ, ਆਮ ਆਦਮੀ ਪਾਰਟੀ ਵੀ ਸਮਰਥਨ ਦੇ ਵਿੱਚ ਸੀ ਤੇ ਅਕਾਲੀ ਦਲ ਵੀ ਸਮਰਥਨ ਦੇ ਵਿੱਚ ਸੀ, ਪਰ ਕਾਂਗਰਸ ਪਾਰਟੀ ਨੇ ਇਸ ਸਾਰੀ ਮੰਗ ਨੂੰ ਬੇਬੁਨਿਆਦ ਦੱਸਿਆ ਹੈ। ਸੋ ਅਜਿਹਾ ਦਿਨ ਜਿਹੜਾ ਕੱਲ੍ਹ ਦਾ ਪੂਰੇ ਦਿਨ ਦਾ ਦਿਨ ਰਿਹਾ ਹੈ। ਪਹਿਲਾਂ ਅਕਾਲੀ ਦਲ ਦਾ ਪ੍ਰਦਰਸ਼ਨ ਵਿਖਾਵਾਂਗੇ ਕਿ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਪ੍ਰਦਰਸ਼ਨ ਬੀਤੇ ਦਿਨ ਦੇ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਕਿਸ ਤਰ੍ਹਾਂ ਕੀਤਾ। ਵੈਟ ਘਟਾਉਣਾ ਕਿਹਨੇ ਆ? ਉਹ ਸੂਬੇ ਦੀ ਸਰਕਾਰ ਨੇ ਘਟਾਉਣਾ। ਮਨਪ੍ਰੀਤ ਸਿੰਘ ਬਾਦਲ ਨੇ ਘਟਾਉਣਾ, ਕੈਪਟਨ ਅਮਰਿੰਦਰ ਸਿੰਘ ਨੇ ਘਟਾਉਣਾ, ਕਾਂਗਰਸ ਨੇ ਘਟਾਉਣਾ। ਲੋਕਾਂ ਨੂੰ ਐਵੇਂ ਮੂਰਖ ਬਣਾਉਣਾ ਵੈਟ ਦੇ ਉੱਤੇ, ਇਹ ਗੱਲ ਸ਼ੋਭਦੀ ਨਹੀਂ। ਇਸ ਲਈ ਅੱਜ ਅਸੀਂ ਜੱਟ ਦਾ ਜਿਹੜਾ ਗੱਡਾ ਹੁੰਦਾ ਉਹਨੂੰ ਹੀ ਲੈ ਕੇ ਚੱਲੇ ਆ ਕਿ ਅਖੀਰ 'ਚ ਹਾਲਾਤ ਇਹੀ ਬਣਨੇ ਆ ਕਿ ਇਲੈਕਟ੍ਰਿਕ ਤਾਂ ਛੱਡੋ, ਲੱਗਦਾ ਵਾਪਸ ਬਲਦਾਂ ਤੇ ਆਉਣਾ ਪੈਣਾ। ਔਰ ਉਹਨਾਂ ਨੂੰ ਸਮਝਾਉਣ ਚੱਲੇ ਆ ਕਿ ਸੈਂਟਰ ਠੀਕ ਹੈ ਆਪਦੇ ਰੇਟ ਘਟਾਵੇ 'ਚ ਕੋਈ ਦੋਰਾਵਾਂ, ਮਗਰ ਤੁਹਾਡੀ ਸਰਕਾਰ ਹੈ, ਤੁਸੀਂ ਆਪਣਾ ਕੰਮ ਤਾਂ ਕਰੋ। ਕਿਉਂ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦੇ ਆ? ਇਸ ਵਾਰੀ ਇੱਕ ਪਾਸੇ ਗਵਰਨਰ ਨੂੰ ਇਨਵੀਟੇਸ਼ਨ, ਇੱਕ ਪਾਸੇ ਰੈੱਡ ਕਾਰਪੇਟ, ਦੂਜੇ ਪਾਸੇ ਕਰਾਓ। ਇਹ ਕੰਮ ਨਹੀਂ ਚੱਲਣ ਦੇਵਾਂਗੇ, ਪਰਦਾਫਾਸ਼ ਕਰਾਂਗੇ ਹਰ ਗੱਲ। ਉਧਰ ਪੰਜਾਬ ਦੇ ਪਾਣੀਆਂ ਦੇ ਮਸਲੇ ਦੇ ਉੱਤੇ ਅਤੇ ਖਾਸ ਕਰਕੇ ਖੇਤੀ ਕਾਨੂੰਨਾਂ ਦੇ ਉੱਤੇ ਨਵਜੋਤ ਸਿੰਘ ਸਿੱਧੂ ਨੇ ਵੀ ਕੱਲ ਪ੍ਰੈਸ ਕਾਨਫਰੰਸ ਕੀਤੀ ਹੈ। ਨਵਜੋਤ ਸਿੰਘ ਸਿੱਧੂ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਖਾਸ ਤੌਰ ਦੇ ਉੱਤੇ ਚਰਚਾ ਪੰਜਾਬ ਦੇ ਪਾਣੀਆਂ ਦੀ ਹੋਈ ਹੈ ਕਿ ਪੰਜਾਬ ਦੇ ਪਾਣੀਆਂ ਦਾ ਹੀ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ। ਇਸ ਦੇ ਨਾਲ ਪੰਜਾਬ ਨੂੰ ਕਿਸਨੇ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੋ ਰਿਹਾ ਹੈ ਅਤੇ ਪੰਜਾਬ ਦੇ ਹਾਲਾਤ ਕਿਹੋ ਜਿਹੇ ਹੁੰਦੇ ਜਾ ਰਹੇ ਨੇ, ਪੰਜਾਬ ਦੀ ਖੇਤੀ ਵਿਵਸਥਾ ਨੂੰ ਕਿਸ ਤਰ੍ਹਾਂ ਸੁਧਾਰਿਆ ਜਾ ਸਕਦਾ। ਅਸੀਂ ਆਪਣੀ ਸਸਟੇਨੇਬਲ ਲਿਮਿਟ ਤੋਂ ਕਿਤੇ ਜ਼ਿਆਦਾ ਪਾਣੀ, ਪੰਜਾਬ ਦਾ ਪਾਣੀ ਕਰਜ਼ੇ ਲੈ
ट्यूबवेल ला ला, पंपियां चला चला, सस्टेनेबल लिमिट तो किते वध पानी कढ रहे हैं ਅਸੀਂ। और मैं कदों ਦਾ दोहरा रहा है कि 1 किलो ਝੋਨਾ लाना होवे ते 5000 लीटर पानी लगता। ਤੁਸੀਂ ਹਿਸਾਬ ਲਾ ਲਓ कि जिन्ना SYL तो नुकसान होना सी ਉਹਦੇ ਨਾਲ ਕਿਤੇ ਵੱਧ ਕਰਦੇ ਆ। हर साल पानी एक्सपोर्ट करते हैं ਅਸੀਂ ਝੋਨੇ ਦੇ ਨਾਲ, ਖਾਣੇ ਤਾਂ ਸਿਰਫ 8%। ਫਿਰ ਕਹੇ ਜੀ ਸੋਲੂਸ਼ਨ। मैं 6 ਮਹੀਨਿਆਂ ਤੋਂ ਉਹੀ ਗੱਲ ਕਰਦਾ, 6 ਮਹੀਨਿਆਂ ਤੋਂ मैं इस डाइवर्सिफिकेशन की गल करदा, पानी बचाने की गल करदा, ते कहना हमेशा भी अगर मान लो तो हार है और अगर बदलने की ठान लो तो जीत है। ये पक्की जित है। ਉਧਰ ਨਵਜੋਤ ਸਿੰਘ ਸਿੱਧੂ ਦੇ ਇਹਨਾਂ ਸਾਰੇ ਹੀ ਸਵਾਲਾਂ ਦੇ ਉੱਤੇ ਜੋ ਸਵਾਲ ਨਵਜੋਤ ਸਿੰਘ ਸਿੱਧੂ ਨੇ ਸਰਕਾਰ ਦੇ ਉੱਤੇ ਚੁੱਕੇ ਨੇ, ਇਹਨਾਂ ਦੇ ਉੱਤੇ ਕਿਤੇ ਨਾ ਕਿਤੇ ਸਹਿਮਤੀ ਜਿਹੜੀ ਭਾਜਪਾ ਦੇ ਵੱਲੋਂ ਜਤਾਈ ਗਈ ਹੈ ਤੇ ਭਾਜਪਾ ਦੇ ਤਰੁਣ ਚੁੱਗ ਨੇ ਇਸ ਦੇ ਉੱਤੇ ਬਿਆਨ ਦਿੱਤਾ ਹੈ। ਤੇ ਉਸ ਤੋਂ ਬਾਅਦ ਜਦੋਂ ਖੇਤੀ ਕਾਨੂੰਨਾਂ ਦੀ ਗੱਲ ਆਈ ਤਾਂ ਨਵਜੋਤ ਸਿੰਘ ਸਿੱਧੂ ਨੇ ਫਿਰ ਤੋਂ ਖੇਤੀ ਕਾਨੂੰਨਾਂ ਦੇ ਉੱਤੇ ਵੀ ਤੰਜ ਕੱਸਿਆ। ਪਹਿਲਾਂ ਤਰੁਣ ਚੁੱਗ ਦਾ ਸਪਸ਼ਟੀਕਰਨ ਉਸ ਚੀਜ਼ ਦੇ ਉੱਤੇ ਸੁਣਾਉਂਦੇ ਆ ਕਿ ਜਿਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇੱਕ ਤਰੀਕੇ ਦੇ ਨਾਲ ਵਿਅੰਗਮਈ ਤਰੀਕੇ ਦੇ ਨਾਲ ਸਵਾਲ ਚੁੱਕੇ ਗਏ ਸੀ, ਉਸ ਤੇ ਭਾਜਪਾ ਨੇ ਸਮਰਥਨ ਕੀਤਾ। ਨਵਜੋਤ ਸਿੰਘ ਸਿੱਧੂ ਨੇ ਜਿਸ ਤਰ੍ਹਾਂ ਅੱਜ ਪੰਜਾਬ ਸਰਕਾਰ ਦੇ ਉੱਤੇ ਕਟਾਕਸ਼ ਕੀਤੇ ਨੇ, ਗਹਿਰੇ ਆਰੋਪ ਲਗਾਏ ਹੈ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕਿਸਾਨਾਂ ਦੇ ਵਾਸਤੇ ਕੁਝ ਨਹੀਂ ਕਰ ਰਹੀ, ਉਹਨਾਂ ਦੀ ਫਸਲਾਂ ਨਹੀਂ ਚੁੱਕ ਰਹੀ। ਅਸੀਂ ਤਾਂ ਬਹੁਤ ਦੇਰ ਤੋਂ ਇਹ ਗੱਲ ਕਹਿ ਰਹੇ ਸੀ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕਿਸਾਨਾਂ ਦੇ ਹਿੱਤ 'ਚ ਪਿਛਲੇ 50 ਮਹੀਨਿਆਂ 'ਚ ਕੁਝ ਨਹੀਂ ਕੀਤਾ। ਕੈਪਟਨ ਸਾਹਿਬ, ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ, ਇਹ ਤੁਹਾਡਾ ਮੈਨੀਫੈਸਟੋ ਹੈ ਜਿਸ 'ਚ ਕਰਜ਼ ਮਾਫੀ 90,000 ਕਰੋੜ ਦੀ ਅਜੇ ਤੱਕ ਪੈਂਡਿੰਗ ਹੈ, ਪਰ ਏਕੜ ਸਬਸਿਡੀ ਪੈਂਡਿੰਗ ਹੈ, ਕਿਸਾਨਾਂ ਨੂੰ ਰਿਆਇਤਾਂ ਦੇਣੀਆਂ ਸੀ ਪੈਂਡਿੰਗ ਹੈ, ਕਿਸਾਨਾਂ ਦੀਆਂ ਫਸਲਾਂ ਝੋਨਾ ਤੇ ਗੇਹੂੰ ਤੋਂ ਇਲਾਵਾ ਬਾਕੀ MSP ਤੇ ਚੁੱਕੀਆਂ ਜਾਣ। ਅੱਜ ਤੱਕ ਤੁਸੀਂ ਪ੍ਰਪੋਜ਼ਲ ਨਹੀਂ ਬਣਾ ਕੇ ਭੇਜੀ। ਅਸੀਂ ਕੇਵਲ ਕਿਸਾਨ ਨੂੰ ਗੁੰਮਰਾਹ ਕੀਤਾ, ਕਿਸਾਨ ਦੇ ਹਿੱਤ 'ਚ ਕੋਈ ਕੰਮ ਨਹੀਂ ਕੀਤਾ। ਸੋ ਅੱਜ ਜਿਹੜਾ ਨਵਜੋਤ ਸਿੰਘ ਸਿੱਧੂ ਨੇ ਕੁਐਸਚਨ ਉਠਾਏ ਨੇ, ਅਸੀਂ ਉਹਦਾ ਸਮਰਥਨ ਕਰਨੇ ਆ। ਸਿੱਧੂ ਸਾਹਿਬ ਸੱਚ ਬੋਲਿਆ, ਲੇਕਿਨ ਇਹ ਬਜਟ ਸੱਤਰ ਹੈ, 90,000 ਕਰੋੜ ਦਾ ਕਿਸਾਨੀ ਕਰਜ਼ਾ ਮਾਫ ਕਰਵਾਓ। ਕੈਪਟਨ ਸਾਹਿਬ ਨੂੰ ਕਹੋ ਤੁਸੀਂ ਵਿਧਾਇਕ ਹੋ, ਪੰਜਾਬੀਆਂ ਦੀ ਆਵਾਜ਼ ਬਣੋ ਅੱਜ ਅੰਦਰ ਸਦਨ ਦੇ ਅੰਦਰ, ਔਰ ਕਿਸਾਨਾਂ ਦਾ ਕਰਜ਼ਾ ਮਾਫ ਕਰਾਓ, ਕਿਸਾਨਾਂ ਦੀ ਫਸਲਾਂ MSP ਤੇ ਚੁੱਕੀਆਂ ਜਾਣ, ਉਹਦੀ ਪ੍ਰਪੋਜ਼ਲ ਕੇਂਦਰ 'ਚ ਭੇਜੋ। ਜਦ ਕਿ ਝੂਠ ਬੋਲ ਕੇ ਛੜਯੰਤਰ ਦੇ ਤਹਿਤ ਪੰਜਾਬ ਦੇ ਕਿਸਾਨ ਨੂੰ ਧਰਨਿਆਂ ਵੱਲ ਤੋਰ ਦਿੱਤਾ, ਕੀਤਾ ਕੱਖ ਨਹੀਂ। 50 ਮਹੀਨੇ ਹੋ ਗਏ, ਹੁਣ ਤੇ ਜਾਣ ਦਾ ਫੇਅਰਵੈਲ ਪਾਰਟੀ ਦਾ ਟਾਈਮ ਆ ਗਿਆ। ਕੈਪਟਨ ਸਾਹਿਬ, ਆਪਾਂ ਪੰਜਾਬ ਵਾਸਤੇ ਕੁਝ ਕਰੀਏ, ਪੰਜਾਬ ਦੇ ਕਿਸਾਨਾਂ ਦੇ ਹਿੱਤ 'ਚ ਕਰੀਏ। ਉਧਰ ਹੁਣ ਨਵਜੋਤ ਸਿੰਘ ਸਿੱਧੂ ਦੀ ਖੇਤੀ ਕਾਨੂੰਨਾਂ ਨੂੰ ਲੈ ਕੇ ਸਟੈਂਡ ਦੀ ਗੱਲ ਕਰਾਂਗੇ। ਨਵਜੋਤ ਸਿੰਘ ਸਿੱਧੂ ਨੇ ਫਿਰ ਤੋਂ ਖੇਤੀ ਕਾਨੂੰਨਾਂ ਦੇ ਉੱਤੇ ਸਟੈਂਡ ਜਤਾਇਆ। ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਖੇਤੀ ਕਾਨੂੰਨਾਂ ਦੇ ਨਾਲ ਪੰਜਾਬ ਦੀਆਂ ਜ਼ਮੀਨਾਂ ਅਤੇ ਪੰਜਾਬ ਦੀ ਖੇਤੀ ਦੇ ਉੱਤੇ ਬਹੁਤ ਵੱਡਾ ਖਤਰਾ ਖੜਾ ਹੋ ਚੁੱਕਿਆ ਹੈ ਤੇ ਜੇਕਰ ਪੰਜਾਬ ਨੂੰ ਇਸ ਖਤਰੇ ਦੇ ਵਿੱਚੋਂ ਕੱਢਣਾ ਤਾਂ ਪੰਜਾਬ ਸਰਕਾਰ ਨੂੰ ਆਪਣੇ ਪੱਧਰ ਦੇ ਉੱਤੇ ਕਈ ਅਜਿਹੇ ਕਾਨੂੰਨ ਬਣਾਉਣੇ ਪੈਣਗੇ ਜਿਸ ਦੇ ਨਾਲ ਪੰਜਾਬ ਸਰਪਲਸ ਹੋਵੇ ਤੇ ਪੰਜਾਬ ਆਪਣੇ ਉੱਤੇ ਨਿਰਭਰ ਹੋ ਕੇ ਹੀ ਚੱਲ ਸਕੇ, ਨਾ ਕਿ ਕੇਂਦਰ ਸਰਕਾਰ ਦੇ ਵੱਲੋਂ ਆਉਣ ਵਾਲੇ ਫੰਡਾਂ ਦੇ ਉੱਤੇ। ਤੁਹਾਨੂੰ ਕੋਈ ਮਿਹਨਤ ਕਰਨ ਦੀ ਲੋੜ ਨਹੀਂ, ਕੋਈ ਇਹੋ ਜਿਹੇ ਕਾਨੂੰਨ ਬਣਾਉਣ ਦੀ ਲੋੜ ਨਹੀਂ। ਮੈਂ ਤੁਹਾਨੂੰ ਕਹਿ ਰਿਹਾ ਕਿ ਪਲੈਨਿੰਗ ਕਮਿਸ਼ਨ ਨੇ ਕੋਆਪਰੇਟਿਵ ਐਕਟ 1991 ਬਣਾਇਆ ਹੋਇਆ, ਕੁਛ ਕਰਨ ਦੀ ਲੋੜ ਨਹੀਂ। ਉਹ ਅਧਿਕ੍ਰਿਤ ਕਰਦਾ ਹੈ, ਅਧਿਕਾਰ ਦਿੰਦਾ ਉਹ ਕਿਸਾਨ ਨੂੰ ਵੀ ਉਹ ਆਪ ਰਜਿਸਟ੍ਰੇਸ਼ਨ ਕਰਾਏ। ਹੁਣ ਤੇ ਉਹ ਗੁਲਾਮ ਹੈ ਰਜਿਸਟਰ ਕੋਆਪਰੇਟਿਵ ਸੁਸਾਇਟੀ ਦਾ, ਜਦ ਜੀ ਕਰੇ ਕੱਟ ਦੇ, ਜਦ ਜੀ ਕਰੇ ਬਣਾ ਦੇ। ਇਹ ਬਣਾਓ ਨਾ। ਵੀ ਹੈਵ ਟੂ ਸੀ ਕਿ ਅਸੀਂ ਫਾਰਮੈਲਿਟੀ ਕਰਨੀ ਹੈ ਕਿ ਗਰਾਊਂਡ ਰਿਐਲਿਟੀ। ਇਹ ਪਤਾ ਲੱਗੇ ਨਾ ਕਿਸਾਨ ਨੂੰ, ਜਿੱਦਣ ਤੁਸੀਂ ਇਹ ਅਧਿਕਾਰ ਦਿਓਗੇ ਕਿ ਉਹ ਆਪਣੇ ਕੋਆਪਰੇਟਿਵ ਬਣਾ ਕੇ ਉਹਨੇ ਰਜਿਸਟ੍ਰੇਸ਼ਨ ਕਰ ਸਕਦਾ ਹੈ, ਉਹਨਾਂ ਦੀ ਮੈਨੇਜਮੈਂਟ ਕਰ ਸਕਦਾ ਹੈ, ਤੇ ਤੁਸੀਂ ਉਹਨੂੰ ਕਲੈਕਟਿਵ ਸਟਰੈਂਥ ਦਿਓਗੇ। ਇਕੱਠੇ ਹੋ ਕੇ ਸਾਰੇ ਕਿਸਾਨ ਉਸੇ ਦਿਨ ਪ੍ਰੋਡਿਊਸਰ ਤੋਂ ਇਹ ਤੈਅ ਕਰਨ ਲੱਗ ਜਾਣਗੇ ਵੀ ਅਸੀਂ ਕੀ ਕੀਮਤ ਲੈਣੀ ਹੈ ਇਕੱਠੇ ਹੋ ਕੇ ਉਸੇ ਦਿਨ। ਮੈਨੂੰ ਇੱਕ ਬੰਦਾ ਦੱਸ ਦਿਓ ਇਸ ਧਰਤੀ ਦੇ ਉੱਤੇ ਜਿਹੜਾ ਆਪਦੀ ਚੀਜ਼ ਦੀ ਪ੍ਰਾਈਸ ਆਪ ਨਾ ਤੈਅ ਕਰਦਾ ਹੋਵੇ। ਮੈਨੂੰ ਇੱਕ ਬੰਦਾ ਦੱਸ ਦਿਓ। ਤੁਸੀਂ ਜਾਓ ਦੁਕਾਨ ਦੇ ਉੱਤੇ, ਟੁੱਥਪੇਸਟ ਦੀ ਪ੍ਰਾਈਸ ਇੰਨੀ ਹੈ ਜੀ, ਇਹਦੇ ਤੇ ਇੰਨਾ ਟੈਕਸ ਹੈ, ਲੈਣੀ ਹੈ ਲਾਓ, ਨਹੀਂ ਜਾਓ। ਤੇਲ ਤੇ ਇੰਨੀ ਹੈ ਇੰਨਾ,
ਲੈਣਾ ਲਓ ਨਹੀਂ ਜਾਓ, ਗੱਡੀ ਵੇਚਣੀ ਆ ਇੰਨੇ ਦਊਂ, ਇੰਨੇ ਲੈਣੇ ਆ, ਦੇਣੇ ਆ ਤੇ ਨਹੀਂ ਜਾ, ਸਵਾਏ ਕਿਸਾਨ ਦੇ। ਕਿਸਾਨ ਪਰਚੂਨ ਤੋਂ ਖਰੀਦਦਾ ਹੈ ਤੇ ਹੋਲਸੇਲ 'ਚ ਵੇਚਦਾ। ਹੀ ਇਜ਼ ਦੀ ਓਨਲੀ ਪਰਸਨ who buys in retail and sells in wholesale. ਕਿਉਂ? ਕਿਉਂਕਿ ਉਹਦੇ ਕੋਲ ਪੈਰਿਸ਼ੇਬਲ ਕਮੋਡਿਟੀ ਹੈ, ਉਹ ਇੱਕ ਦਿਨ ਨਹੀਂ ਰੱਖ ਸਕਦਾ। ਉਹਨੂੰ ਕਿਹਾ ਜਾਂਦਾ ਦੇਣੀ ਹੈ ਦੇ ਨਹੀਂ ਨਾ, ਉਹ ਕਿੱਦਾਂ ਰੱਖ ਲੂ? ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਮਹਾਰਾਜ, ਇਹ ਸਾਰਿਆਂ ਨੂੰ ਇੱਕ ਇੱਕ ਬੰਦੇ ਨੂੰ ਸਮਝਾਊ। ਜਦੋਂ ਸੀਜ਼ਨ ਹੁੰਦਾ ਤੇ ਉਹ ਟਮਾਟਰ ਲੈ ਕੇ ਮਾਰਕੀਟ 'ਚ ਜਾਂਦਾ, ਉਹ ਟਮਾਟਰ 3 ਰੁਪਏ ਨੂੰ ਵਿਕਦਾ। ਉਹ ਕਹਿੰਦਾ ਯਾਰ 4 ਦੇ 5 ਦੇ। ਉਹਨੂੰ ਪਤਾ ਹੈ ਵੀ ਅਗਲੇ ਦਿਨ ਗਲ ਜੂ ਟਮਾਟਰ, ਕੋਲਡ ਸਟੋਰੇਜ ਮੇਰੇ ਕੋਲ ਹੈ ਨਹੀਂ। ਉਹ ਟਮਾਟਰ ਉਹ ਤੋਂ 3 ਰੁਪਏ ਦਾ ਲਿੱਤਾ ਜਾਂਦਾ, ਉਸੇ ਦਿਨ ਪਰਚੂਨ ਤੇ 25 ਰੁਪਏ ਦਾ ਵਿਕਦਾ। ਤੇ ਜੇ ਮਹੀਨੇ ਇੱਕ ਬਾਅਦ ਜਾਂ ਡੇਢ ਬਾਅਦ ਜਾਂ 2 ਬਾਅਦ ਉਹਨੇ ਟਮਾਟਰ ਲੈਣਾ ਹੋਇਆ, ਉਹ ਪਰਚੂਨ ਦੀ ਦੁਕਾਨ ਤੋਂ 65 ਦਾ ਖਰੀਦਦਾ। ਆਪਦਾ ਹੀ 3 ਰੁਪਏ ਦਾ ਟਮਾਟਰ ਉਹ 65 ਦਾ ਖਰੀਦਦਾ। ਇਹਨੂੰ ਕੌਣ ਇਨਸਾਫ ਕਹੂ? ਫਿਰ ਕਿਉਂ ਨਾ ਉਹ ਇਹ ਕਹੂ ਵੀ ਮੇਰੀ ਮਿਹਨਤ ਕੋਈ ਹੋਰ ਖਾਈ ਜਾਂਦਾ। ਉਧਰ ਖੇਤੀ ਕਾਨੂੰਨਾਂ ਨੂੰ ਲੈ ਕੇ ਜਦੋਂ ਨਵਜੋਤ ਸਿੰਘ ਸਿੱਧੂ ਦੀ ਟਿੱਪਣੀ ਹੋਈ ਹੈ, ਇਸ ਦੇ ਉੱਤੇ ਭਾਜਪਾ ਨੇ ਨਾਰਾਜ਼ਗੀ ਜਤਾਈ ਹੈ। ਭਾਜਪਾ ਦੇ ਆਗੂ ਤਰੁਣ ਚੁੱਗ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਉਹ ਬਿੱਲ ਪੜ੍ਹੀ ਨਹੀਂ, ਨਵਜੋਤ ਸਿੰਘ ਸਿੱਧੂ ਨੇ ਉਹ ਕਾਨੂੰਨ ਨਹੀਂ ਪੜ੍ਹੇ, ਇਸ ਤੇ ਨਵਜੋਤ ਸਿੰਘ ਸਿੱਧੂ ਨੂੰ ਇਹ ਕਾਨੂੰਨ ਪੜ੍ਹਨੇ ਚਾਹੀਦੇ ਸੀ। ਐਸਾ ਕਿ ਮੈਂ ਸਿੱਧੂ ਸਾਹਿਬ ਨੂੰ ਬੇਨਤੀ ਕਰਾਂਗਾ, ਸਿੱਧੂ ਸਾਹਿਬ ਇੱਕ ਵਾਰੀ ਪੜ੍ਹ ਲਓ, ਇੱਕ ਕੈਪਟਨ ਦੀਆਂ ਝੂਠੀਆਂ ਗੱਲਾਂ 'ਚ ਨਾ ਆਈਏ। ਵਿਧੇਇਕ ਤਿੰਨਾਂ ਦੇ ਅੰਦਰ ਇੱਕ ਵੀ ਸ਼ਬਦ ਅਗਰ ਕਿਹਾ ਹੋਵੇ ਅਸੀਂ ਜ਼ਿੰਮੇਵਾਰ ਹਾਂ, ਇੱਕ ਵੀ ਸ਼ਬਦ ਜ਼ਮੀਨ ਬਾਰੇ ਕਿਹਾ ਹੀ ਨਹੀਂ ਹੈ। ਸੋ ਕੈਪਟਨ ਸਾਹਿਬ ਦੀ ਗੱਲਾਂ 'ਚ ਅੱਗੇ ਹੀ ਪੰਜਾਬ ਆਇਆ ਔਰ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਨੇ ਇੱਧਰ ਭੇਜ ਦਿੱਤਾ, ਜਦ ਕਿ ਇੱਕ ਵੀ ਸ਼ਬਦ ਜ਼ਮੀਨ ਹੜਪਣ ਬਾਰੇ। ਸੋ ਉਲਟਾ ਲਿਖਿਆ ਕਿ ਕਿਰੇ ਵੀ ਕਿਸਾਨ ਦੀ ਜ਼ਮੀਨ ਕੋਈ ਲੈ ਨਹੀਂ ਸਕੇਗਾ, ਮੋੜਗਈ ਨਹੀਂ ਕਰ ਪਾਏਗਾ। ਉਧਰ ਸੁਨੀਲ ਜਾਖੜ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਇਸ ਪ੍ਰੈਸ ਕਾਨਫਰੰਸ ਦੇ ਦੌਰਾਨ ਉਹਨਾਂ ਨੇ ਗੰਭੀਰ ਇਲਜ਼ਾਮ ਨੇ ਜੋ ਵਿਰੋਧੀਆਂ ਦੇ ਉੱਤੇ ਲਾਏ ਨੇ। ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਉਹਨਾਂ ਦੇ ਨਿਸ਼ਾਨੇ ਦੇ ਉੱਤੇ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਵਿਰੋਧੀ ਧਿਰਾਂ ਨੇ ਘੁਟਾਲੇ ਕੀਤੇ ਨੇ। ਅਜਿਹੇ ਘੁਟਾਲਿਆਂ ਦੇ ਇਲਜ਼ਾਮ ਨੇ ਜੋ ਸੁਨੀਲ ਜਾਖੜ ਨੇ ਵਿਰੋਧੀ ਧਿਰਾਂ ਦੇ ਉੱਤੇ ਲਾਏ ਨੇ। ਤੇ ਅਕਾਲੀ ਜਿਹੜੇ ਤੁਰੇ ਫਿਰਦੇ ਅੱਜ ਕਹਿੰਦੇ ਆ ਜਵਾਬ ਦਿਓ। ਮੈਂ ਕਹਿੰਦਾ ਅਸੀਂ 8 ਤਰੀਕ ਨੂੰ ਅਕਾਲੀ ਐਮਐਲਏ ਸਾਰੇ ਇੱਥੇ ਹੈ, ਉਹਨਾਂ ਸਾਰਿਆਂ ਨੂੰ ਮੈਂ ਕਾਪੀ ਉਹ ਦਿਨ ਸਾਡੇ ਐਮਐਲਏਜ਼ ਨੂੰ ਮੈਂ ਰਿਕੁਐਸਟ ਕਰੂੰਗਾ ਵੀ ਵਿਧਾਨ ਸਭਾ 'ਚ ਜਦੋਂ ਆਣ, ਕਿਉਂਕਿ ਬਜਟ ਦਾ ਸੈਸ਼ਨ ਹੈ, ਉਦੋਂ ਉਹਨਾਂ ਸਾਰਿਆਂ ਨੂੰ ਇੱਕ ਕਾਪੀ ਦਿੱਤੀ ਜਾਵੇ ਤੇ ਹਿਸਾਬ ਮੰਗਿਆ ਜਾਵੇ। ਇਸੇ ਤਰ੍ਹਾਂ ਸਾਡੇ ਜਿਹੜੇ ਵਰਕਰ ਹੈ, ਕਿਉਂਕਿ ਐਮਐਲਏ ਸਾਹਿਬਾਨ ਤਾਂ ਸਾਰੇ ਇੱਥੇ ਹੈ, ਸਾਡੇ ਡੀਸੀਸੀ ਪ੍ਰੈਜ਼ੀਡੈਂਟ, ਕਾਂਗਰਸ ਦੇ ਆਗੂ ਸਾਹਿਬਾਨ, ਯੂਥ ਕਾਂਗਰਸ, ਐਨਐਸਯੂਆਈ ਸਾਰੇ ਲੀਡਰਸ ਜਾ ਕੇ, ਚੁੱਗ ਸਾਹਿਬ ਦੇ, ਦੁਸ਼ਯੰਤ ਜੀ ਦੇ ਜਾ ਕੇ, ਕੀ ਨਾਮ ਇਹਨਾਂ ਦਾ, ਗੌਤਮ ਜੀ ਦੇ, ਚੁੱਗ ਸਾਹਿਬ ਦੇ, ਬਾਕੀ ਜਿੰਨੇ ਬੀਜੇਪੀ ਦੇ ਲੀਡਰ ਹੈ, ਅਕਾਲੀ ਲੀਡਰ ਹੈ, ਸਾਰੇ ਜਿਹੜੇ ਆਦੇਸ਼ ਪ੍ਰਤਾਪ ਕੈਰੋ ਜੀ ਹੈ, ਇਹਨਾਂ ਦੇ ਘਰੇ ਜਾ ਕੇ ਆ ਡਾਕੂਮੈਂਟ ਜਿਹੜਾ ਦੇ ਕੇ ਆਵਾਂਗੇ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਹਿਸਾਬ ਦੇ ਸਕਣ। ਐਡਾ ਵੱਡਾ ਦਰੋਹ ਪੰਜਾਬ ਦੇ ਭਵਿੱਖ ਨਾਲ ਕੀਤਾ ਗਿਆ। ਅੱਜ ਜਵਾਬ ਮੰਗਦੇ ਹੈ ਵੀ ਵਾਅਦੇ ਪੂਰੇ ਹੋਣ 'ਚ ਦੇਰ ਕਿਉਂ ਹੋਈ, ਇਸ ਗੱਲ ਦਾ ਹਿਸਾਬ ਦੇਣ। ਇਸ ਕਰਕੇ ਅੱਜ ਤੁਹਾਨੂੰ ਤਕਲੀਫ ਦਿੱਤੀ ਹੈ। ਮੈਂ ਸਾਰਿਆਂ ਨੂੰ ਇਹਦੀ ਕਾਪੀ ਸਾਰਿਆਂ ਨੂੰ ਹੁਣੇ ਦੇ ਰਿਹਾ। ਪਲੀਜ਼ ਇਸ ਕਾਪੀ ਨੂੰ ਦੇਖ ਕੇ ਉਹਦੇ ਬਾਅਦ ਅਗਰ ਕੋਈ ਸ਼ੰਕਾ ਰਹਿ ਜਾਂਦੀ ਹੈ, ਮੈਂ ਨਹੀਂ ਸਮਝਦਾ ਵੀ ਇਸ ਤੋਂ ਕੋਈ ਕਲੀਅਰ ਡਾਕੂਮੈਂਟ ਕਿਤਾ ਕਿਸੇ ਟਾਈਮ ਸਾਹਮਣੇ ਆਇਆ ਹੋਵੇ। ਇਹਨੂੰ ਮੈਂ ਸਮਝਦਾ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਬੜਾ ਜ਼ਰੂਰੀ ਹੈ। ਬਜਟ ਦੇ ਮਸਲੇ, ਬਜਟ ਆ ਜਾਣ ਦਿਓ, ਸਾਰੀਆਂ ਗੱਲਾਂ ਦਾ ਜਵਾਬ ਦੇਣਗੇ। 30,000 ਕਰੋੜ ਰੁਪਇਆ ਕਿੱਥੇ ਗਿਆ, ਕਿੱਥੇ ਲੱਗਿਆ, ਕਿਹੜੇ ਲੋਕਾਂ ਨੂੰ ਉਹਦਾ ਫਾਇਦਾ ਮਿਲਿਆ, ਕਿੰਨੇ ਲੋਕਾਂ ਦੇ ਕਰਜ਼ੇ ਮਾਫ ਹੋਏ ਆ, ਕਿੰਨਿਆਂ ਦੇ ਨਹੀਂ ਹੋਏ, ਸਾਰੀਆਂ ਗੱਲਾਂ ਦੇ ਜਵਾਬ ਦਿੱਤੇ ਜਾਣਗੇ। ਬਜਟ ਆਣ ਦਿਓ, ਪਰ ਆ ਜ਼ਿੰਮੇਵਾਰੀ ਤੋਂ ਨਾ ਭੱਜਣ। ਸਭ ਤਾਂ ਦੇਖੋ, ਤਾਂ ਉਹਦੇ 'ਚ ਲਿਖਿਆ ਸਭ 5 ਸਾਲ ਤਾਂ ਹੀ ਉਹਨਾਂ ਨੇ ਦੇਣੀ ਸੀ। ਉਹਦਾ ਵੀ ਜਿਹੜੇ ਹੈ ਸਾਡੇ ਫਾਈਨਾਂਸ ਮਿਨਿਸਟਰ ਆਲਰੇਡੀ ਜਾ ਕੇ ਕਰ ਰਹੇ ਆ ਵੀ ਪੰਜਾਬ ਕੋਲ ਤਾਂ ਕੁਝ ਹੈ ਹੀ ਨਹੀਂ, ਪੰਜਾਬ ਨੂੰ ਤਾਂ ਮਾਰਨ ਨੂੰ ਫਿਰਦੇ ਆ। ਜਿਹੜੀ ਗੱਲ ਮੈਂ ਕਰਨਾ ਨਹੀਂ ਸੀ ਚਾਹੁੰਦਾ, ਕਿਉਂਕਿ ਬਹੁਤ ਹੀ ਗੰਭੀਰ ਮੁੱਦਾ ਹੈ। ਜੇ ਤੁਸੀਂ ਮਾਫ ਕਰੋ ਤਾਂ ਮੈਂ ਕੱਲ ਆ ਜਾਣਾ ਫਿਰ ਤੁਹਾਡੇ ਕੋਲ। ਇਹ 2 ਮਸਲੇ ਰਲਾਓ ਨਾ, ਜਿਹੜੀ ਗੱਲ ਕਿਸੇ ਨੇ ਨਹੀਂ ਕੀਤੀ। ਤੇ ਮੈਂ ਕੱਲ ਆ ਕੇ ਜਿਸ ਤਰ੍ਹਾਂ ਦੀ ਅਪੀਲ ਢੀਂਡਸਾ ਸਾਹਿਬ ਕਰ ਰਹੇ ਸੀ ਵੀ ਸਾਰਿਆਂ ਨੂੰ ਇਕੱਠੇ ਹੋ ਕੇ ਆਪਣਾ ਕੰਮ ਕਰਨਾ ਚਾਹੀਦਾ, ਜਿਸ ਮਸਲੇ ਤੇ ਇਕੱਠਾ ਹੋਣਾ ਚਾਹੀਦਾ, ਮੈਂ ਉਹ ਏਜੰਡਾ ਲੈ ਕੇ ਵੀ ਕੱਲ ਤੁਹਾਡੇ ਕੋਲ ਫੇਰ ਹਾਜ਼ਰ ਹੋਣਾ, ਫੇਰ ਤੁਹਾਡੇ ਗੱਲਾਂ ਜਵਾਬ ਕਿਹੜਾ ਏਜੰਡਾ।
ਤੇ ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਐਲਾਨ ਕਰ ਦਿੱਤਾ ਗਿਆ। ਇਹ ਐਲਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਸੈਸ਼ਨ ਨੂੰ ਲੈ ਕੇ ਹੋਇਆ। ਜੀ ਹਾਂ, 30 ਮਾਰਚ ਨੂੰ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਪੇਸ਼ ਹੋਵੇਗਾ। ਇਸ ਬਜਟ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜਨਮ ਦਿਹਾੜੇ ਨੂੰ ਮਨਾਉਣ ਦੇ ਲਈ ਖਾਸ ਪ੍ਰਬੰਧ ਕੀਤੇ ਜਾਣੇ ਨੇ, ਉਸ ਦੇ ਬਾਰੇ ਚਰਚਾ ਹੋਣੀ ਹੈ। ਤੇ ਉਸ ਤੋਂ ਪਹਿਲਾਂ ਵੀ ਸੁਝਾਅ ਜਿਹੜੇ ਸਾਰੇ ਮੈਂਬਰਾਂ ਤੋਂ SGPC ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਮੰਗੇ ਨੇ ਤੇ ਨਾਲ ਹੀ ਬੀਬੀ ਜਗੀਰ ਕੌਰ ਨੇ ਇਸ ਮੌਕੇ ਦੇ ਉੱਤੇ ਐਲਾਨ ਕੀਤਾ ਹੈ ਕਿ ਕਿਸਾਨੀ ਮੋਰਚੇ ਦੇ ਵਿੱਚ ਕਿਸਾਨਾਂ ਨੂੰ ਗਰਮੀ ਤੋਂ ਬਚਾਉਣ ਦੇ ਲਈ ਸ਼ੈੱਡਾਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੀਤਾ ਜਾਵੇਗਾ ਤੇ ਇਸ ਦਾ ਐਲਾਨ ਕਰ ਦਿੱਤਾ ਗਿਆ ਹੈ ਖੁਦ ਬੀਬੀ ਜਗੀਰ ਕੌਰ ਦੇ ਵੱਲੋਂ। 30 ਮਾਰਚ ਨੂੰ ਬਜਟ ਦਾ ਇਜਲਾਸ ਹੋਏਗਾ। ਉਸ ਤੋਂ ਪਹਿਲਾਂ ਬਜਟ ਦੀ ਕਾਪੀ ਜਿਹੜੀ ਹੈ ਸਾਰੇ ਮੈਂਬਰਾਂ ਨੂੰ ਭੇਜ ਦਿੱਤੀ ਜਾਏਗੀ ਔਰ ਸਾਰੇ ਬਜਟ ਦੇ ਇਜਲਾਸ ਦੇ ਜਿਹੜੇ ਬਜਟ ਕਾਪੀ ਜਾਵੇ ਸਾਰੇ ਮੈਂਬਰਾਂ ਨੂੰ ਇਹ ਬੇਨਤੀ ਕੀਤੀ ਗਈ ਹੈ ਕਿ ਉਹ ਬਜਟ ਤੋਂ ਇੱਕ ਦਿਨ ਪਹਿਲਾਂ ਆਪਣੀਆਂ ਲਿਖਤੀ ਜਿਹੜੀਆਂ ਸਿਫਾਰਿਸ਼ਾਂ ਹੋਣ, ਕੋਈ ਸੋਧ ਕਰਨ ਵਾਲੀ ਹੋਵੇ, ਉਹ ਉੱਥੇ ਭੇਜਣ ਤਾਂ ਜੋ ਉਹਨਾਂ ਦੇ ਉੱਤੇ ਗੌਰ ਕੀਤੀ ਜਾ ਸਕੇ। ਘੱਟ ਤੋਂ ਘੱਟ ਇੱਕ ਦਿਨ ਪਹਿਲਾਂ, 1 ਜਾਂ 2 ਦਿਨ ਮਤਲਬ ਪਹਿਲਾਂ ਸਾਨੂੰ ਸਿਫਾਰਿਸ਼ਾਂ ਕਰਕੇ ਵੀ ਜੇ ਕਿਤੇ ਕੋਈ ਕਮੀ ਹੈ, ਕਿਤੇ ਕੋਈ ਸੋਧ ਕਰਨੀ ਪੈ ਜੇ ਤਾਂ ਉਹ ਬਜਟ ਦੀ ਕਾਪੀ ਨੂੰ ਪੜ੍ਹ ਕੇ ਤੇ ਉਹਦੇ ਵਿੱਚ ਸਾਡੀ ਸਿਫਾਰਿਸ਼ ਸਾਨੂੰ ਜ਼ਰੂਰ ਕਰਨ ਤਾਂ ਜੋ ਅਸੀਂ ਉਹਦੇ 'ਤੇ ਗੌਰ ਕਰ ਸਕੀਏ। ਸੈਕੰਡਲੀ ਜਿਹੜਾ ਕਿਸਾਨ ਮੋਰਚਾ ਚੱਲ ਰਿਹਾ ਉਹਦੇ 'ਚ ਪਾਸ ਕੀਤਾ ਕਿ ਸਾਡੇ ਬੜੇ ਲੰਬੇ ਸਮੇਂ ਤੋਂ ਉੱਥੇ ਟੈਂਟ ਲੱਗੇ ਹੋਏ ਹੈ, ਉਹ ਟੈਂਟਾਂ ਦਾ ਕਿਉਂਕਿ ਜਿਹੜਾ ਆਉਣ ਵਾਲਾ ਸਮਾਂ ਉਹ ਗਰਮੀ ਦਾ ਵੀ ਆ ਗਿਆ, ਉੱਥੇ ਪੱਖੇ ਵੀ ਲਾਉਣੇ ਪੈਣੇ ਆ, ਪਤਾ ਨਹੀਂ ਕਿੰਨਾ ਲੰਬਾ ਇਹ ਸੰਘਰਸ਼ ਚੱਲਣਾ। ਉਹਦੇ ਕਰਕੇ ਟੀਨਾਂ ਦੇ ਜਿਹੜੇ ਹੈ ਉਹ ਟੈਂਟ ਪਾ ਦਿੱਤੇ ਜਾਣ, ਉਹ ਵੀ ਸ਼ੈੱਡ ਜਿਹੜੇ ਹੈ ਉਹ ਟੀਨ ਦੇ ਪਾ ਦਿੱਤੇ ਜਾਣ ਤਾਂ ਜੋ ਇਹ ਸਹੂਲਤ ਜਿਹੜੀ ਹੈ ਸਾਰਿਆਂ ਵਾਸਤੇ ਸੌਖੀ ਹੋ ਸਕੇ। ਤੀਸਰਾ, ਹਰਿਆਵਲ ਨੂੰ ਵੇਖਦਿਆਂ ਵਾਤਾਵਰਨ ਨੂੰ ਹਰਿਆਵਲ ਕੀਤੀ ਜਾਵੇ, ਉਹਦੇ ਵਾਸਤੇ ਵੱਖ-ਵੱਖ ਥਾਵਾਂ ਤੇ ਵੱਧ ਤੋਂ ਵੱਧ ਪੌਦੇ ਜਿਹੜੇ, ਕਿਉਂਕਿ ਬਸੰਤ ਦੀ ਬਹਾਰ ਜਿਹਦਾ ਚੱਲ ਪਈ ਹੈ ਤੇ ਆਉਣ ਵਾਲੇ ਸਮੇਂ 'ਚ ਵੱਧ ਤੋਂ ਵੱਧ ਪੌਦੇ, ਭਾਵੇਂ ਉਹ ਲੱਖਾਂ ਦੀ ਗਿਣਤੀ 'ਚ ਹੋਣ, ਭਾਵੇਂ ਉਹ ਕਿੰਨੀ ਗਿਣਤੀ 'ਚ ਆ ਜਾਏ, ਤੇ ਉਹਦੇ ਵੱਧ ਤੋਂ ਵੱਧ ਆਪਣੀਆਂ ਜ਼ਮੀਨਾਂ ਵਿੱਚ ਵੀ ਤੇ ਜਿੱਥੇ ਵੀ ਕਿਤੇ ਲੋੜ ਮਹਿਸੂਸ ਹੁੰਦੀ ਹੋਵੇ ਉਹ ਲਾਏ ਜਾਣ। ਚੌਥੀ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਜਿਸ ਦਾ ਪਹਿਲਾਂ ਹੀ ਐਲਾਨ ਕਰ ਚੁੱਕੇ ਹਾਂ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਉਤਸਵ ਹੈ ਉਹਨੂੰ ਚੜ੍ਹਦੀ ਕਲਾ ਨਾਲ ਬਣਾਉਣ ਵਾਸਤੇ ਜਿੱਥੇ ਪਹਿਲਾਂ 2 ਮੀਟਿੰਗਾਂ ਮੈਂ ਮੈਂਬਰਸ ਦੀਆਂ ਰੱਖੀਆਂ ਨੇ, ਇੱਕ 11 ਤਰੀਕ ਨੂੰ, ਇੱਕ 13 ਤਰੀਕ ਨੂੰ। 11 ਤਰੀਕ ਨੂੰ ਸਾਰਾ ਜਿਹੜਾ ਜ਼ਿਲ੍ਹੇ ਪੈਂਦੇ ਹੈ, ਮਾਝਾ ਜ਼ੋਨ ਦੇ, ਦੁਆਬਾ ਜ਼ੋਨ ਦੇ, ਇਹ ਸਾਰੇ ਮੈਂਬਰ ਸਾਹਿਬਾਨ। 13 ਤਰੀਕ ਨੂੰ ਜਿੰਨਾ ਵੀ ਉਹ ਮਾਲਵੇ ਦੇ ਮੈਂਬਰ ਪੈਂਦੇ ਆ ਉਸ ਸਾਈਡ ਦੇ ਉੱਤੇ, ਉਹ ਸਾਰਿਆਂ ਨੂੰ ਪਟਿਆਲਾ ਵਿੱਚ ਕੀਤੀ ਜਾਊ। ਉਧਰ ਕਿਸਾਨੀ ਅੰਦੋਲਨ ਦੀ ਗੱਲ ਕਰੀਏ ਤਾਂ ਕਿਸਾਨੀ ਅੰਦੋਲਨ ਨੂੰ ਹੁਣ ਲਗਾਤਾਰ ਨਵੇਂ ਪੱਧਰ ਤੋਂ ਬਲ ਮਿਲਦਾ ਜਾ ਰਿਹਾ। 26 ਜਨਵਰੀ ਦੀ ਘਟਨਾ ਤੋਂ ਬਾਅਦ ਜਿਸ ਤਰ੍ਹਾਂ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ ਹੁਣ ਉੱਥੋਂ ਦਾ ਇਕੱਠ ਜਿਹੜਾ ਘਟਨਾ ਸ਼ੁਰੂ ਹੋ ਚੁੱਕਿਆ, ਪਰ ਪੰਜਾਬ ਦੇ ਵਿੱਚੋਂ ਹੁਣ ਵੀ ਵੱਡੇ ਕਾਫਲੇ ਦਿੱਲੀ ਦੇ ਵੱਲ ਰਵਾਨਾ ਹੋ ਰਹੇ ਨੇ ਤੇ ਇਹਨਾਂ ਕਾਫਲਿਆਂ ਦੇ ਵਿੱਚ ਗਰਮੀ ਤੋਂ ਬਚਣ ਦੇ ਹਰ ਇੱਕ ਪ੍ਰਬੰਧ ਕੀਤੇ ਜਾ ਰਹੇ ਨੇ। ਅੰਮ੍ਰਿਤਸਰ ਦੇ ਵਿੱਚੋਂ ਪੰਦੇਰ ਹੋਣਾ ਦੀ ਅਗਵਾਈ ਦੇ ਵਿੱਚ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਦੇ ਵਿੱਚ ਟਰਾਲੀਆਂ ਦਾ ਇੱਕ ਜੱਥਾ ਦਿੱਲੀ ਦੇ ਵੱਲ ਰਵਾਨਾ ਹੋਇਆ, ਜਿਸ ਨਾਲ ਟਰਾਲੀਆਂ ਦੇ ਵਿੱਚ ਖਾਸ ਤੌਰ ਦੇ ਉੱਤੇ ਗਰਮੀ ਤੋਂ ਬਚਣ ਦੇ ਸਾਰੇ ਪ੍ਰਬੰਧ ਕੀਤੇ ਗਏ ਨੇ। ਦੇਖੋ ਟਰੈਕਟਰ ਟਰਾਲੀਆਂ ਜਿਹੜੀਆਂ ਵਾ ਕੱਲ੍ਹ ਜਿਹੜਾ ਵਾ ਦਿੱਲੀ ਨੂੰ ਜਿਹੜਾ ਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅੰਮ੍ਰਿਤਸਰ ਤੋਂ ਹਜ਼ਾਰਾਂ ਟਰੈਕਟਰ ਟਰਾਲੀਆਂ ਦਾ ਜੱਥਾ ਕੂਚ ਕਰੂਗਾ। ਗਰਮੀਆਂ ਨੂੰ ਧਿਆਨ ਵਿੱਚ ਰੱਖਦਿਆਂ ਟਰਾਲੀਆਂ ਵਿੱਚ ਹਵਾਦਾਰ ਜਾਲੀਆਂ ਲਾਈਆਂ ਗਈਆਂ, ਪੱਖੇ ਦਾ ਪ੍ਰਬੰਧ ਕੀਤਾ ਗਿਆ, ਪਾਣੀ ਦਾ ਪ੍ਰਬੰਧ ਕੀਤਾ ਗਿਆ, ਮੱਛਰ ਵਾਸਤੇ ਆਟੋਮੋਸ ਜਾਂ ਅੰਦਰ ਵਾਇਰਿੰਗ ਕਰਾ ਕੇ ਰਿਫਿਲ ਦਾ ਪ੍ਰਬੰਧ, ਗਰਮੀਆਂ ਦੇ ਸਾਰੇ ਪ੍ਰਬੰਧ ਕਰਕੇ ਚਾਦਰ ਲੈ ਕੇ ਇਹ ਦਿੱਲੀ ਵੱਲ ਨੂੰ ਰਵਾਨਾ ਹੋ ਰਹੇ ਆ। ਕਿੰਨਾ ਕੁ ਲੰਮਾ ਚੱਲੇਗਾ ਸੰਘਰਸ਼ ਤੁਹਾਨੂੰ ਲੱਗਦਾ ਹੈ? ਇਹ ਸੰਘਰਸ਼ ਬਾਰੇ ਕੋਈ ਪੱਕਾ ਹਤਮੀ ਨਹੀਂ ਕਿਹਾ ਜਾਂਦਾ ਜਿੰਨਾ ਦੇਰ ਤੱਕ ਸਰਕਾਰ ਖੇਤੀ ਦੇ ਕਾਨੂੰਨ ਵਾਪਸ ਨਹੀਂ ਲੈਂਦੀ ਔਰ ਜਾਂ ਜਿਹੜਾ ਸਾਰੀਆਂ ਫਸਲਾਂ ਦੇ ਭਾਅ ਦਾ ਕਾਨੂੰਨ। ਕਿਸਾਨਾਂ ਵਾਸਤੇ ਜੀ ਜੋ ਵੇਖ ਲਓ ਹੋਣ ਡਿਆ ਉਹੀ ਕਰਨਾ ਅਸੀਂ ਤਾਂ ਜਾ ਕੇ ਬਹਿਣਾ ਪੈਣਾ, ਕਿਉਂ ਵਾਢੀ ਦਾ ਮੌਸਮ, ਸਾਡੇ ਬੱਚਿਆਂ ਨੇ ਵਾਢੀ ਵੀ ਕਰਨੀ ਆ, ਜਿਹੜੀ ਕੋਈ ਕਿੱਲਾ 2 ਕਿੱਲੇ ਕਣਕ ਬੀਜੀ ਉਹ ਵੀ ਉਹਨਾਂ ਨੇ ਵੱਢਣੀ ਆ, ਤੇ ਉਹ ਜਨਾਨੀਆਂ ਨੇ ਉੱਥੇ ਜਾ ਕੇ ਮੋਰਚਾ ਲਾਵਾਂਗੇ, ਗਰਮੀਆਂ ਦੇ ਮਤਲਬ ਉੱਥੇ ਹੰਡਾਵਾਂਗੇ ਅਸੀਂ। ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਉੱਥੇ? ਬਹੁਤ ਜ਼ਿਆਦਾ ਇੰਤਜ਼ਾਮ ਕੀਤੇ ਜੀ, ਪਾਣੀ ਦੇ ਕੀ, ਆਪਣਾ ਪੱਖਿਆਂ ਦੇ ਕੀ, ਕੂਲਰਾਂ ਦੇ ਕੀ, ਜਿਹੜੀਆਂ ਆਪਣੀਆਂ ਜਾਲੀਆਂ ਦੇ ਲਾਉਣੀਆਂ ਉਹ ਕੀ, ਸਭ ਕੁਛ ਇੰਤਜ਼ਾਮ ਅਸੀਂ ਕਰਕੇ ਚੱਲੇ ਆ। ਜਿੱਥੋਂ ਤੱਕ ਕਾਨੂੰਨ ਰੱਦ ਨਹੀਂ ਕਰਦਾ ਉੱਥੋਂ ਤੱਕ ਅੰਦੋਲਨ ਸਾਡਾ ਚੱਲੂਗਾ, ਭਾਵੇਂ ਸਾਲ ਚੱਲੇ, 6 ਮਹੀਨੇ ਚੱਲੇ, ਜਿੱਥੋਂ ਤੱਕ ਮਰਜ਼ੀ ਚਲਾ ਲੇ। ਹੁਣ ਜੇ ਗਰਮੀਆਂ ਆ ਗਈਆਂ ਗਰਮੀਆਂ ਹਟਾਵਾਂਗੇ, ਸਰਦੀ ਆ ਗਈ ਤਾਂ ਸਰਦੀ ਹਟਾਵਾਂਗੇ, ਪਰ ਇਹਨੂੰ ਉਲਟਾ ਕੇ ਛੱਡਾਂਗੇ। ਇਹ ਵੇਖ ਲਵੇ ਜਰਾ, ਛੱਡਾਂਗੇ ਉਲਟਾ ਕੇ ਇਹਨੂੰ।
ਪੰਜਾਬ ਦੇ ਲੋਕਾਂ ਦੀ ਜੁਗਤ ਦੇ ਨਾਲ ਇੱਕ ਸ਼ਬਦ ਜੁੜ ਜਾਂਦਾ ਹੈ ਜਿਸ ਨੂੰ ਜੁਗਾੜ ਕਿਹਾ ਜਾਂਦਾ ਹੈ। ਪੰਜਾਬੀ ਲੋਕ ਆਪਣੇ ਪੱਧਰ ਦੇ ਉੱਤੇ ਤੇ ਆਪਣੀ ਸਹੂਲਤ ਦੇ ਲਈ ਕਿਸੇ ਵੀ ਤਰ੍ਹਾਂ ਦਾ ਜੁਗਾੜ ਲਾ ਕੇ ਆਪਣੇ ਲਈ ਵਧੀਆ ਚੀਜ਼ ਦਾ ਪ੍ਰਬੰਧ ਕਰਨ ਦੇ ਲਈ ਮੰਨੇ ਜਾਂਦੇ ਨੇ। ਤੇ ਪੰਜਾਬ ਦੇ ਲੁਧਿਆਣਾ ਦੇ ਵਿੱਚੋਂ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿਸਾਨੀ ਸੰਘਰਸ਼ ਦੇ ਲਈ ਹੁਣ ਆਲੀਸ਼ਾਨ ਟਰਾਲੀਆਂ ਤਿਆਰ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ। ਇਹਨਾਂ ਆਲੀਸ਼ਾਨ ਟਰਾਲੀਆਂ ਦੇ ਵਿੱਚ ਹਰ ਕਿਸਮ ਦਾ ਪ੍ਰਬੰਧ ਹੈ, ਏਸੀ ਦਾ ਪ੍ਰਬੰਧ ਹੈ, ਇਹਨਾਂ ਟਰਾਲੀਆਂ ਦੇ ਵਿੱਚ ਸੀਸੀਟੀਵੀ ਕੈਮਰਿਆਂ ਦਾ ਪ੍ਰਬੰਧ ਹੈ, ਗੱਦਿਆਂ ਦਾ ਪ੍ਰਬੰਧ ਹੈ, ਪਾਣੀ ਦਾ ਪ੍ਰਬੰਧ ਹੈ ਤੇ ਹਰ ਇੱਕ ਤਰ੍ਹਾਂ ਦੇ ਪ੍ਰਬੰਧ ਦੇ ਨਾਲ ਲੈਸ ਨੇ ਇਹ ਟਰਾਲੀਆਂ। ਦੱਸੀਏ ਕਿ ਇੱਕ ਚੱਲਦੀ ਫਿਰਦੀ ਵੈਨਿਟੀ ਵੈਨ ਹੈ ਇਹ ਜੋ ਕਿਸਾਨਾਂ ਦੇ ਲਈ ਤਿਆਰ ਹੋਈ ਹੈ। ਇਹ ਵੈਨਿਟੀ ਵੈਨਾਂ ਹੁਣ ਤੁਹਾਨੂੰ ਨਜ਼ਰ ਆਉਣਗੀਆਂ ਖਾਸ ਤੌਰ ਦੇ ਉੱਤੇ ਕਿਸਾਨੀ ਸੰਘਰਸ਼ ਦੇ ਲਈ। ਕਿਸਾਨ ਮੋਰਚੇ ਦੇ ਲਈ ਇੰਨੀਆਂ ਵੱਡੇ ਪੱਧਰ ਦੇ ਉੱਤੇ ਹੋ ਰਹੀਆਂ ਤਿਆਰੀਆਂ ਕਿਤੇ ਨਾ ਕਿਤੇ सरकार के लिए भी बड़े सवाल खड़े कर रही हैं। मैंने ये इसको कई पर्पस के लिए सोच के बना रखा है। जैसे हम इसको ये मंडी में दफ्तर की तरह यूज़ करें तो इसमें आपको बाहर की निगरानी भी रहेगी, अंदर की निगरानी भी रहेगी। अगर आप इसको फील्ड में लेके जाओगे तो फील्ड में जो वर्कर बाहर काम कर रहे हैं उसकी भी निगरानी होगी आपके पास। ये वाईफाई ये तुम्हारे मोबाइल के साथ भी अटैच हो जाएंगे। सोलर इसलिए लगा रखा है कि कहीं लाइट की कोई प्रॉब्लम आए तो कम से कम पंखे लाइटें अपने चलना चाहिए। एसी के लिए हमको लाइट चाहिए, दूसरा बिजली। सर इस पे खर्चा अभी मैंने पूरा काउंट नहीं किया, कम से कम इसके ऊपर 6-7 लाख के करीब तो लग गया। हाँ, अगर इसको हम थोड़ा और मॉडिफाई करेंगे उसके ऊपर और खर्चा यानी थोड़ा बढ़ता जाएगा। और सर मेरे पास तो बहुत लोग जुड़े हैं ट्राली की वजह से। वो जो कंस्ट्रक्शन लाइन के मेरे दोस्त हैं वो भी इसकी डिमांड कर रहे हैं, जो आड़त का काम करते हैं ज़िम्मेदार लोग हैं वो भी इसकी डिमांड कर रहे हैं। अब मैं सोचूंगा उसके बारे में भी उसको कैसे हैंडल किया जाए, फिर कैसे इसको बनाया जाए ताकि हमारे मित्रों की डिमांड भी पूरी हो जाए। वैसे हमारी प्लानिंग तो 1 साल से चल रही थी इसके रिगार्डिंग, और हम काफ़ी आइडियाज़ ले चुके थे और काफ़ी हमने रिव्यूज़ भी देखे थे कि कैसे बननी चाहिए या कितने इंटीरियर का कैसा काम होना चाहिए। फिर इसके ऊपर 1 साल से काम करने के बाद फिर हमने इसे शुरू किया करना। फिर हमें जैसे जैसे करते गए वैसे वैसे नई नई इनोवेशन आइडियाज़ हमें आते गए और उससे ही फिर हमें 2.5 महीने लग गए कम से कम इसको तैयार करने में। ਤੇ ਉਧਰ ਵਿਧਾਨ ਸਭਾ ਇਜਲਾਸ ਤੋਂ ਬਾਅਦ ਸਾਰੀਆਂ ਹੀ ਤਰ੍ਹਾਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਸਿਆਸੀ ਇਲਜ਼ਾਮਬਾਜ਼ੀ ਕੀਤੀ ਜਾ ਰਹੀ ਹੈ। ਪੰਜਾਬ ਦੇ ਪਾਣੀਆਂ ਦੇ ਮਸਲੇ ਦੇ ਉੱਤੇ ਜੋ ਪੰਜਾਬ ਦਾ ਧਰਤੀ ਹੇਠਲਾ ਪਾਣੀ ਹੈ ਉਸ ਮਸਲੇ ਦੇ ਉੱਤੇ ਜੋ ਬਿੱਲ ਪਾਸ ਹੋਏ ਨੇ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਆਗੂ ਪ੍ਰੋਫੈਸਰ ਬਲਜਿੰਦਰ ਕੌਰ ਦੇ ਵੱਲੋਂ ਟਿੱਪਣੀ ਕੀਤੀ ਗਈ ਹੈ ਤੇ ਉਧਰ ਅਕਾਲੀ ਦਲ ਦੇ ਆਗੂ ਚੰਦੂ ਮਾਜਰਾ ਦੇ ਵੱਲੋਂ ਵੀ ਪਾਣੀਆਂ ਦੇ ਮਸਲੇ ਦੇ ਉੱਤੇ ਟਿੱਪਣੀ ਹੋਈ ਹੈ। ਕੀ ਕੁਝ ਕਹਿ ਰਹੇ ਨੇ ਦੋਹੇ ਆਗੂ ਉਹ ਸੁਣਦੇ ਹਾਂ। ਅੱਜ ਪਾਣੀ ਨੂੰ ਸੰਭਾਲਣ ਦੇ ਮੁੱਦੇ ਤੇ ਜਿਹੜਾ ਰੈਜ਼ੋਲੂਸ਼ਨ ਆਇਆ ਸੀ ਉੱਤੇ ਬੋਲਦੇ ਹੋਏ ਅਸੀਂ ਮੰਗ ਰੱਖੀ ਧਰਤੀ ਹੇਠਲੇ ਪਾਣੀ ਨੂੰ ਜਿਹੜੀ ਉਹਦੀ ਪੋਜੀਸ਼ਨ ਆ ਉਹ ਵਿਦ ਫਿਗਰਸ ਵਿਦ ਰਿਕਾਰਡ ਅਸੀਂ ਉੱਥੇ ਸਾਰੀ ਰੱਖੀ ਆ। ਉਹਦੇ ਨਾਲ ਨਾਲ ਉਹਨੂੰ ਸੰਭਾਲਣ ਲਈ ਜਿਹੜੇ ਉਪਾਅ ਨੇ ਜਿਹੜੇ ਹੱਲ ਹੋ ਸਕਦੇ ਨੇ ਉਹ ਸੁਝਾਅ ਨੇ ਆਪਣੇ ਦਿੱਤੇ, ਜਿਹਦੇ ਵਿੱਚ ਗੱਲ ਕੀਤੀ ਵੀ ਸਾਂਭਣ ਦਾ ਸਭ ਤੋਂ ਵਧੀਆ ਜ਼ਰੀਆ ਨਹਿਰੀ ਪਾਣੀ ਆ। ਤੇ ਅੱਜ ਨਹਿਰੀ ਪਾਣੀ ਦਾ ਬਜਟ 100 ਕਰੋੜ ਤੋਂ ਵੀ ਥੱਲੇ ਆ ਸਿੰਚਾਈ ਮਹਿਕਮੇ ਦਾ ਬਜਟ, ਜਿਹਦੇ ਨਾਲ ਖਰਚੇ ਤੇ ਤਨਖਾਹਾਂ ਤੱਕ ਨਹੀਂ ਪੂਰੀਆਂ ਹੁੰਦੀਆਂ ਹੈਗੀਆਂ। ਤੇ ਫਿਰ ਅੱਗੋਂ ਪਲੈਨਿੰਗ ਆਪਾਂ ਕੀ ਕਰਾਂਗੇ ਇਸ ਸੰਦਰਭ ਦੇ ਵਿੱਚ। ਸੈਕੰਡ ਚੀਜ਼ ਡਾਈਵਰਸੀਫਿਕੇਸ਼ਨ ਜਿਹੜਾ ਮੇਨ ਇਸ਼ੂ ਆ, ਮੈਂ ਫਾਰਮੂਲਾ ਦੱਸਿਆ ਕਿ ਕਿਵੇਂ ਪੰਜਾਬ ਪਾਣੀ ਤੇ ਬਿਜਲੀ ਬਚਾ ਸਕਦਾ ਹੈ। ਦੇਖੋ ਮੱਕੀ ਤੇ ਜਿਹੜੀ ਕਣਕ ਆ ਇਹ ਟ੍ਰੈਡੀਸ਼ਨਲ ਫਸਲਾਂ ਸੀ ਪੰਜਾਬ ਦੇ, ਜਿਹੜੇ ਪੰਜਾਬ ਦੇ ਲੋਕ ਕਰਦੇ ਸੀ। ਝੋਨਾ ਤਾਂ ਜਿਹੜਾ ਅਸੀਂ ਲਾਉਣ ਲੱਗੇ ਆ ਉਹ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਵਾਸਤੇ ਲਾਉਣ ਲੱਗੇ ਆ, ਅਸੀਂ ਆਪਣਾ ਪਾਣੀ ਮੁਕਾ ਲਿਆ। ਹੁਣ ਜੇ ਮੱਕੀ ਵਰਗੀਆਂ ਫਸਲਾਂ ਜਾਂ ਹੋਰ ਜਿਹੜੀਆਂ ਫਸਲਾਂ ਝੋਨੇ ਤੋਂ ਬਿਨਾਂ ਹੋ ਸਕਦੀਆਂ ਨੇ ਉਹਦੇ ਲਈ ਉਹਨਾਂ ਨੂੰ ਉਤਸ਼ਾਹਿਤ ਕਿਵੇਂ ਕੀਤਾ ਜਾ ਸਕਦਾ। ਮਿਨੀਮਮ ਗਰੰਟੀ ਸਰਕਾਰ ਕਿਸਾਨਾਂ ਨੂੰ ਜੇ ਦੇਵੇ ਵੀ ਇੰਨਾ ਰੇਟ ਤੁਹਾਨੂੰ ਝੋਨੇ ਜਿੰਨਾ ਮਿਲੂਗਾ ਹੀ ਮਿਲੂਗਾ, ਤਾਂ ਮੈਂ ਸਮਝਦਾ ਉਹ ਗਰੰਟੀ ਲੋਕਾਂ ਨੂੰ ਮਿਲ ਸਕਦੀ ਹੈ। ਤੇ ਉਹਦੇ ਅਧੀਨ ਇੱਕ ਸਕੀਮ ਆ ਗਵਰਨਮੈਂਟ ਆਫ ਇੰਡੀਆ ਦੀ ਕੋਰਸ ਗ੍ਰੇਨ ਪ੍ਰੋਕਿਊਰਮੈਂਟ ਸਕੀਮ। ਇਹਦੇ ਵਿੱਚ ਕੀ ਹੁੰਦਾ, ਤੁਸੀਂ ਪੀਡੀਐਸ ਦੇ ਵਿੱਚੋਂ ਫਸਲ ਇੰਟਰੋਡਿਊਸ ਕਰਨੀ ਹੁੰਦੀ ਆ ਤੇ ਉਹਦੇ ਫਿਰ ਜਿਹੜਾ ਘਾਟਾ ਪੈਂਦਾ ਸਪੋਜ਼ 1860 ਦੀ ਮੱਕੀ ਆ ਤੇ ਜਿਹੜਾ ਉਹ ਆਪਾਂ ਪੀਡੀਐਸ 'ਚ ਦਿੰਦੇ ਆ, ਜਿਹੜਾ ਘਟੂਗਾ ਵੈਲਿਊ ਘਟਣੀ ਆ ਉਹਦੀ, ਉਹ ਤੁਸੀਂ 50-50 ਸਟੇਟ ਗਵਰਨਮੈਂਟ ਤੇ ਗਵਰਨਮੈਂਟ ਆਫ ਇੰਡੀਆ ਸ਼ੇਅਰ ਕਰਦੇ ਨੇ। ਵੈਸੇ ਤਾਂ ਦੇਖੋ 4 ਸਾਲਾਂ ਦਾ ਜਿਸ ਤਰੀਕੇ ਦਾ ਸਰਕਾਰ ਦਾ ਰਵੱਈਆ ਰਿਹਾ ਹੈ ਕਿ ਸਰਕਾਰ ਤੋਂ ਕਿਸੇ ਤਰ੍ਹਾਂ ਦੀ ਕੋਈ ਉਮੀਦ ਆ ਜਿਹੜੀ ਉਹ ਨਹੀਂ ਕੀਤੀ ਜਾ ਸਕਦੀ, ਬਟ ਹਾਊਸ ਦੀ ਮਰਿਆਦਾ ਨੂੰ ਕਾਇਮ ਰੱਖਦੇ ਹੋਏ, ਉਸ ਸਦਨ ਦੀ ਪਵਿੱਤਰਤਾ ਨੂੰ ਕਾਇਮ ਰੱਖਦੇ ਹੋਏ ਹਰ ਉਸ ਮਸਲੇ ਦੇ ਵਿੱਚ ਪਾਰਟਿਸਿਪੇਟ ਕਰਨਾ ਆਮ ਆਦਮੀ ਪਾਰਟੀ ਦਾ ਫਰਜ਼ ਆ। ਤੇ ਬਕਾਇਦਾ ਇੱਕ ਬੜੇ ਸੋਹਣੇ ਤਰੀਕੇ ਦੇ ਨਾਲ ਅੱਜ ਸਾਡੇ ਮੈਂਬਰ ਸਾਥੀਆਂ ਨੇ ਪਾਣੀ ਨੂੰ ਲੈ ਕੇ ਜਿਹੜਾ ਉਹਦੇ 'ਚ ਪਾਰਟਿਸਿਪੇਟ ਕੀਤਾ ਹੈ। ਤੇ ਡੈਫੀਨੇਟਲੀ ਅਸੀਂ ਤਾਂ ਇਹੀ ਚਾਹਾਂਗੇ, ਆਸ ਕਰਾਂਗੇ ਕਿ ਪੰਜਾਬ ਸਰਕਾਰ ਕਮ ਸੇ ਕਮ ਜਿਹੜਾ 1 ਸਾਲ ਰਹਿ ਗਿਆ
ਐਟਲੀਸਟ ਫॉर द ਬੈਟਰਮੈਂਟ ਆਫ ਪੰਜਾਬ ਤੇ ਪਾਣੀਆਂ ਨੂੰ ਲੈ ਕੇ ਕੋਈ ਪਾਲਿਸੀ ਲੈ ਕੇ ਆਵੇ ਤਾਂ ਇਦੋਂ ਵਧੀਆ ਗੱਲ ਕੋਈ ਹੋਰ ਨਹੀਂ ਹੋ ਸਕਦੀ। ਉਧਰ ਵਿਧਾਨ ਸਭਾ ਦੇ ਬਾਹਰ ਜਿਹੋ ਜਿਹਾ ਪ੍ਰਦਰਸ਼ਨ ਅਕਾਲੀ ਦਲ ਦੇ ਵੱਲੋਂ ਅੰਦਰ ਅਤੇ ਬਾਹਰ ਕੀਤਾ ਗਿਆ, ਉਸ ਪ੍ਰਦਰਸ਼ਨ ਦੇ ਉੱਤੇ ਰਾਜਕੁਮਾਰ ਵੇਰਕਾ ਦੀ ਟਿੱਪਣੀ ਹੈ ਕਿ ਜਿੱਥੋਂ ਤੱਕ ਸਵਾਲ ਇਸ ਗੱਲ ਦਾ ਹੈ ਕਿ ਉਹ ਕਹਿ ਰਹੇ ਆ ਕਿ ਪੈਟਰੋਲ ਡੀਜ਼ਲ ਦੀਆਂ ਰੇਟ ਜਿਹੜੇ ਆ ਘਟਣੇ ਚਾਹੀਦੇ। ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਜਿਹੜਾ ਸਾਡਾ ਬਜਟ ਲੈ ਕੇ ਆ ਰਿਹਾ ਸਾਡੇ ਖਜ਼ਾਨਾ ਮੰਤਰੀ, ਸਾਡੇ ਡੀਜ਼ਲ ਔਰ ਰੇਟ ਦੇ ਜਿਹੜੇ ਹੈਗੇ ਆ ਹਰਿਆਣਾ, ਹਿਮਾਚਲ ਤੇ ਦਿੱਲੀ ਦੇ 1 ਰੁਪਏ ਦਾ ਫਰਕ ਹੈ, ਸਿਰਫ 1 ਰੁਪਏ ਦਾ ਫਰਕ। ਉਹਨਾਂ ਨੂੰ ਇਹ ਪਤਾ ਕਿ ਇਹ ਫਰਕ ਹੋਰ ਵੀ ਨਿਕਲ ਕੇ ਇਹ ਉਹਨਾਂ ਸੂਬਿਆਂ ਤੋਂ ਵੀ ਥੱਲੇ ਰੇਟ ਚੱਲ ਜਾਣੇ ਆ। ਉਹ ਇਸ ਲਈ ਨਾਟਕ ਕਰ ਰਿਹਾ ਔਰ ਅਸੀਂ ਇੰਨੇ ਤੰਗ ਹਾਲਾਤ ਦੇ ਵਿੱਚ ਵੀ ਨਾ ਡਿਵੈਲਪਮੈਂਟ ਰੋਕੀ, ਨਾ ਪੈਨਸ਼ਨਾਂ ਰੋਕੀਆਂ, ਨਾ ਤਨਖਾਹਾਂ ਰੋਕੀਆਂ। ਅਸੀਂ ਆਪਣੇ ਲੋਕਾਂ ਦੇ ਵਾਸਤੇ ਜਿੰਨਾ ਕਰ ਸਕਦੇ ਹਾਂ ਆਪਣੀ ਹੈਸੀਅਤ ਤੋਂ ਵੱਧ ਕਰਾਂਗੇ ਔਰ ਇਹ ਆਉਣ ਵਾਲਾ ਜਿਹੜਾ ਬਜਟ ਹੈ ਤੁਸੀਂ ਦੇਖੋਗੇ ਕਿ ਇਹਨਾਂ ਦਾ ਸਿਰ ਸ਼ਰਮ ਨਾ ਝੁਕੇਗਾ ਕਿ ਅਸੀਂ ਕਿਹੋ ਜੀ ਗੱਲਾਂ ਕਰਦੇ ਰਹੇ ਹਾਂ ਔਰ ਪੰਜਾਬ ਸਰਕਾਰ ਨੇ ਲੋਕਾਂ ਦਾ ਬਿਲਕੁਲ ਰੇਟ ਕਰਨਗੇ, ਬਿਲਕੁਲ ਰੇਟ ਵਿਕਾਸ ਸਾਹਿਬ ਕਿਸਾਨਾਂ ਲਈ ਬਜਟ ਵਿੱਚ ਕੁਝ ਖਾਸ ਹੋਏਗਾ? ਬਿਜਲੀ ਦੇ ਵੀ ਘਟਣ, ਮੈਂ ਤੁਹਾਨੂੰ ਇਹ ਕਿਹਾ ਕਿ ਸਭ ਵਾਸਤੇ ਫਾਇਦਾ ਆਏਗਾ, ਸਭ ਵਾਸਤੇ ਰੇਟ ਘਟੇਗਾ। ਵਿਕਾਸ ਸਾਹਿਬ ਕਿਸਾਨਾਂ ਨੂੰ ਫੋਕਸ ਕੀਤਾ ਜਾਵੇਗਾ ਇਸ ਬਜਟ ਦੇ ਵਿੱਚ? ਪਰ ਉਹ ਇਸ ਟਾਈਮ 7 ਰੁਪਏ ਕੁਝ ਬਈ ਦੇਖੋ ਬਿਜਲੀ ਦਾ ਰੇਟ ਇੰਡਸਟਰੀ ਦਾ 4 ਰੁਪਏ ਤੇ 99 ਪੈਸੇ ਹੈ, ਨੋਟ ਕਰ ਲਓ ਬਈ। ਉਹਦੇ ਉੱਪਰ ਜਿਹੜੇ ਟੈਕਸਸ ਹੈ ਚਾਹੇ ਉਹ ਦੂਸਰੇ ਹੈ ਉਹ ਪੈਂਦਾ 7 ਰੁਪਏ 19 ਪੈਸੇ। ਦਿੱਲੀ ਦੇ ਅੰਦਰ ਜਿਹੜਾ ਇੰਡਸਟਰੀ ਤੇ ਕਮਰਸ਼ੀਅਲ ਦਾ ਰੇਟ ਹੈ ਉਹ ਹੈਗਾ ਹੈ 11 ਰੁਪਏ 60 ਪੈਸੇ। ਇਹ ਕਿਹੜੀ ਚੀਜ਼ ਨਾਲ ਮੈਚ ਕਰਦੇ ਆ? ਉਹ ਕਹਿੰਦੇ ਦਿੱਲੀ ਦਾ ਮਾਡਲ ਲਾਗੂ ਕਰ ਦਿਓ। ਬਈ ਨਖਿੱਧ ਮਾਡਲ, ਫੇਲ ਮਾਡਲ ਅਸੀਂ ਦਿੱਲੀ ਦਾ ਲਾਗੂ ਕਰਕੇ ਲੋਕਾਂ ਦਾ ਗਲਾ ਘੁੱਟਣਾ ਅਸੀਂ ਨਹੀਂ ਲਾਗੂ ਕਰਾਂਗੇ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਦੇ ਲਈ ਇਹਨਾਂ ਹੀ, ਫਿਰ ਮੁੜ ਹਾਜ਼ਰ ਹੁੰਨੇ ਆ ਨਵੀਆਂ ਤੇ ਤਾਜ਼ਾ ਅਪਡੇਟਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।